सुमत तेरे वस स्वामी। हम जंत तू पुरख जंतैनी। जन नानक के प्रभ करते स्वामी। जो पावै तिवें बुलैनी। जन नानक के प्रभ करते स्वामी। जो पावै तिवें बुलैनी। सतनाम वाहिगुरु साहिब जी। आसा महला पंजवा। आन दिन मूसा लाज टुकाई। गिरत कूप मह खाहे मिठाई। वाहिगुरु जी का खालसा वाहिगुरु जी की फतेह। परम पूजिए पाद वालिए कुल आलम हजूरे अनवर। शाहे शहनशाह छतर चवर तख्त दे मालिक। रूहानियत दे मुजस्मे कलयुग दे बोहित। जुगो जुग अटल साहिब श्री गुरु ग्रंथ साहिब जी दी पावन पवित्र गोद विच सजी हुई साध संगत जी। आप जी वडभागी हो। सतगुरां दे महान पावन पवित्र शहीदी अस्थान गुरुद्वारा सीसगंज साहिब विखे अमृत वेले तो समय समय अनुसार हाजरी भरते होए गुरु के कीर्तनियां दी रसना तो अमृतमय बाणी आसा की वार दे शब्द कीर्तन सरवण कीते उपरंत सतगुरां दी अपार बख्शिश रहमत सदका दिल्ली से गुरुद्वारा प्रबंधक कमेटी सत्कारयोग सिंह साहब गर्जी हरनाम सिंह जी तिन्हां दी उसारू सोच परोपकारी सोच दे अनुसार गुरु की संगत नूं सतगुरां दी अमृतमय बाणी इको ओंकार तो लैके 18, 10, 20 तक जो सतगुरां दे अमर उपदेश ने उन्हां नूं संगतां तक पहुंचाउण दे वास्ते लड़ीवार कथा प्रारंभ कीती है। जिस कथा दे लड़ीवार अज दे पावन पवित्र बचन सतगुरां ने बख्शिश कीते उस दे मूल पाठ आप जी ने सिंह साहब ज्ञानी हरनाम सिंह जी जिन्हां ते दातार दी अपार बख्शिश है। पंथ दे महान विद्वानां विचों ने और केवल कथा विचार करने वाले नहीं महान परोपकारी भी ने। हलके दे विच इलाके दे विच देश विदेश विच संगतां नूं गुरमत नाल जोड़न वास्ते सतगुरां दे अमृत बचन सरवण करवाने और गरीब बच्चियां नूं विद्या दी दात जो सतगुरां ने तौफीक बख्शिश कीती है उहदे अनुसार बच्चियां नूं विद्या पढ़ा के देश विदेश विच परोपकार वास्ते प्रचार वास्ते भेज रहे ने। और उन्होंने कुछ जरूरी बेनतियां कीतियां ने जो बहुत जरूरी ने। उन्हां दे उत्ते असीं सारियां ने ध्यान देना है क्योंकि सतगुरां ने ये पावन पवित्र बचन कहे ने गरीब दी रसना गुरु की गोलक है। और वो इलाके जिहड़े पानी विच डुब गए विचारे गरीब झुग्गियां वाले डुब गए जिमीदार डुब गए हज़ारां दी गिनती विच पशु मर गए मनुखी मौतां हो गईयां ते अज भी वो पानी दे विच बैठे होए ने।
ਜ਼ਹਿਰੀਲੇ ਕੀੜੇ ਆਣ ਕੇ ਉਹਨਾਂ ਨੂੰ ਡੰਗਦੇ ਨੇ, ਮੌਤਾਂ ਹੋ ਜਾਂਦੀਆਂ ਨੇ, ਜਿਨ੍ਹਾਂ ਨੂੰ ਅੱਜ ਤੁਹਾਡੇ ਸਹਿਯੋਗ ਦੀ ਲੋੜ ਹੈ। ਤੇ ਸਭ ਤੋਂ ਵੱਡਾ ਪਰਉਪਕਾਰ ਹੈ ਕਿਸੇ ਲੋੜਵੰਦ ਦੀ ਮਦਦ ਕਰਨੀ। ਇਹ ਜ਼ਰੂਰੀ ਨਹੀਂ ਕਿ ਬਹੁਤਾ ਧਨ ਹੋਵੇ ਤਾਂ ਹੀ ਅਸੀਂ ਮਦਦ ਕਰ ਸਕਦੇ ਹਾਂ। ਥੋੜੇ ਤੋਂ ਥੋੜਾ ਵੀ ਦਾਨ ਕਰਨਾ ਸਾਨੂੰ ਗੁਰਮਤਿ ਨੇ ਸਮਝਾਇਆ ਹੈ। ਇਸ ਕਰਕੇ ਸ਼ਰਧਾ ਭਾਵਨਾ ਦੇ ਨਾਲ ਬੇਸ਼ੱਕ ਤੁਸੀਂ 5 ਰੁਪਏ ਦਾ ਹੀ ਦਾਨ ਪਾ ਦਿਓਗੇ ਨਾ, ਉਹ ਵੀ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋਣਾ ਹੈ। ਔਰ ਜਿਵੇਂ ਸਿੰਘ ਸਾਹਿਬ ਜੀ ਨੇ ਗੁਰੂ ਕੇ ਲੰਗਰ ਵਾਸਤੇ, ਰਸਤਾਂ ਬਸਤਾਂ ਵਾਸਤੇ ਬੇਨਤੀ ਕੀਤੀ ਹੈ, ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਕਿ ਜਿੱਥੇ ਵੀ ਅਸੀਂ ਰਸਤ ਪਹੁੰਚਾਉਣੀ ਆ, ਪੱਕਿਆ ਹੋਇਆ ਲੰਗਰ ਪਹੁੰਚਾਉਣਾ, ਪਹਿਲੋਂ ਉੱਥੇ ਸੰਪਰਕ ਜ਼ਰੂਰ ਕਰ ਲਓ, ਕਿਉਂਕਿ ਪਹਿਲੋਂ ਹੀ ਲੰਗਰ ਸੰਗਤਾਂ ਬੇਅੰਤ ਪਹੁੰਚਾ ਰਹੀਆਂ ਨੇ ਤੇ ਲੰਗਰ ਖਰਾਬ ਹੋ ਰਹੇ ਨੇ। ਜਿੱਥੇ ਸੁੱਕੀ ਰਸਤ ਦੀ ਲੋੜ ਹੈ, ਸੁੱਕੀ ਰਸਤ ਪਹੁੰਚਾਈ ਜਾਏ। ਇਹ ਕੇਵਲ ਲੰਗਰ ਤੱਕ ਹੀ ਸੀਮਤ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਬੜੀ ਵਿਪਤਾ ਹੈ, ਕਿਉਂਕਿ ਮਕਾਨ ਢਹਿ ਗਏ ਨੇ, ਢਹਿ ਰਹੇ ਨੇ। ਖਾਸ ਕਰਕੇ ਜ਼ਿਮੀਂਦਾਰਾਂ ਦੀਆਂ ਫਸਲਾਂ ਮਾਰੀਆਂ ਗਈਆਂ, ਨਵੀਂ ਫਸਲ ਬੀਜਣ ਵਾਸਤੇ ਕੋਈ ਸਾਧਨ ਨਹੀਂ, ਤੇ ਉਹ ਸਾਧਨ ਤੁਸਾਂ ਨੇ ਜਟਾਉਣਾ ਹੈ ਮਾਇਆ ਦੇ ਰੂਪ ਦੇ ਵਿੱਚ। ਇਸ ਕਰਕੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵੱਡਾ ਉਪਰਾਲਾ ਕਰ ਰਹੀ ਹੈ। ਪ੍ਰਧਾਨ ਸਾਹਿਬ ਜੀ, ਸਮੁੱਚੀ ਕਮੇਟੀ, ਸਿੰਘ ਸਾਹਿਬਾਨ ਜੀ, ਸੰਗਤਾਂ ਨੂੰ ਬੇਨਤੀਆਂ ਕਰਕੇ ਜੋ ਮਾਇਆ ਉਸ ਦੀ ਰਸੀਦ ਕਟਾ ਕੇ ਵੀ ਅਸੀਂ ਇਹਦੇ ਹਿੱਸਾ ਪਾ ਸਕਦੇ ਹਾਂ। ਸ਼ਹਿਰ ਦੇ ਜਿਤਨੇ ਵੀ ਗੁਰਦੁਆਰੇ ਸਾਹਿਬ ਨੇ ਉਹ ਵੀ ਇਸ ਦੇ ਵਿੱਚ ਯੋਗਦਾਨ ਪਾ ਸਕਦੇ ਨੇ। ਇਸ ਕਰਕੇ ਸਭ ਤੋਂ ਅੱਜ ਵੱਡੀ ਸੇਵਾ ਇਹੀ ਹੈ, ਅਸੀਂ ਗੁਰੂ ਕੇ ਜਿਤਨੇ ਵੀ ਇਹ ਸਾਰੇ ਸਰੂਪ ਨੇ ਨਾ, ਹਰ ਇੱਕ ਵਿੱਚ ਮਾਲਕ ਵਸਦਾ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਤੇ ਇਹ ਦਰਸਾ ਦਿੱਤਾ ਸੀ ਕਿ ਮੁੱਖ ਵਿੱਚੋਂ ਕਣ ਦੇ ਦਾਣੇ ਨਿਕਲੇ, ਅੰਨ ਦੇ ਦਾਣੇ ਨਿਕਲੇ। ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਇਹ ਤੁਸੀਂ ਪ੍ਰਸ਼ਾਦਾ ਛਕਿਆ ਨਹੀਂ ਕੱਲ, ਤੇ ਤੁਹਾਡੇ ਬੁਰਜ ਆਪਣੇ ਦਾਤਨ ਕਰਦੇ ਆ ਅੰਨ ਦੇ ਦਾਣੇ। ਕਹਿੰਦੇ ਜਿਹੜੀ ਸੰਗਤ ਛਕਦੀ ਉਹ ਅਸੀਂ ਛਕਦੇ ਹਾਂ। ਅਸੀਂ ਤੇ ਸਾਰਿਆਂ ਵਿੱਚ ਬੈਠੇ ਹੋਏ, ਜਿਸ ਦੇ ਮੁਖ ਵਿੱਚ ਵੀ ਤੁਸੀਂ ਅੰਨ ਦਾ ਦਾਣਾ ਪਾਓਗੇ, ਗੁਰੂ ਦੇ ਮੁਖ ਦੇ ਵਿੱਚ ਜਾਣਾ ਹੈ। ਆਓ ਗੁਰਦੇਵ ਪਾਤਸ਼ਾਹ ਨੇ ਅੱਜ ਜੋ ਅਪਾਰ ਬਖਸ਼ਿਸ਼ ਕਰਕੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਇਸ ਦੇ ਪਾਠ ਆਪ ਜੀ ਗਿਆਨੀ ਰਘਬੀਰ ਸਿੰਘ ਜੀ ਦੀ ਰਸਨਾ ਤੋਂ ਸਰਵਣ ਕਰੋ ਜੀ। ਆਸਾ ਮਹੱਲਾ ਪੰਜਵਾਂ। ਆਨ ਦਿਨ ਮੂਸਾ ਲਾਜ ਟੁਕਾਈ। ਆਸਾ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਸਮਝਾ ਰਹੇ ਨੇ ਸਾਨੂੰ ਕਲਯੁਗੀ ਜੀਵਾਂ ਨੂੰ, ਜਿਹੜੇ ਅਸੀਂ ਮਾਲਕ ਨੂੰ ਭੁੱਲੇ ਹੋਏ ਆ, ਪਦਾਰਥਵਾਦੀ ਸੰਸਾਰ ਦੇ ਵਿੱਚ ਖੱਚਤ ਹੋ ਰਹੇ ਆ। ਇਹ ਸਮਝ ਨਹੀਂ ਕਿ ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ। ਇਹ ਜੀਵ ਆਇਆ ਕਿਸ ਵਾਸਤੇ ਹੈ? ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਕਰਨੋ ਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ। ਲੋਭ ਦੇ ਵਿੱਚ ਗ੍ਰਸਤ ਹੋ ਗਿਆ ਮਨੁੱਖ, ਜੋ ਕਰਨਾ ਸੀ ਉਹ ਕੀਤਾ ਨਹੀਂ ਹੈ। ਜਿਸ ਕਰਨ ਵਾਸਤੇ, ਜਿਸ ਕਾਰਜ ਵਾਸਤੇ ਆਇਆ ਸੀ, ਉਹ ਕੰਮ ਤੇ ਇਸ ਨੇ ਕੀਤਾ ਹੀ ਨਹੀਂ ਹੈ। ਤੇ ਜਿਹੜੇ ਕੰਮ ਮਾਲਕ ਦੀ ਦਰਗਾਹ ਵਿੱਚ ਕੰਮ ਨਹੀਂ ਆਉਣੇ, ਉਹਨਾਂ ਕੰਮਾਂ ਨੂੰ ਕਰਨ ਦੇ ਵਿੱਚ ਲੱਗਿਆ ਹੋਇਆ ਹੈ। ਇਸੇ ਲਈ ਸਾਹਿਬ ਕਹਿੰਦੇ, ਸਾਈ ਕੰਮ ਕਰਾਏ ਜਿਤ ਮੁਖ ਉਜਲਾ। ਭਲਿਆ ਉਹ ਕੰਮ ਕਰੇ ਜਿਸ ਕੰਮ ਕਰਕੇ ਤੂੰ ਮਾਲਕ ਦੀ ਦਰਗਾਹ ਵਿੱਚ ਤੇਰਾ ਮੁਖ ਉਜਲਾ ਹੋਵੇ। ਐਸਾ ਕੰਮ ਬਿਲਕੁਲ ਨਾ ਕਰੇ ਜਿਸ ਕਰਕੇ ਮਾਲਕ ਦੀ ਦਰਗਾਹ ਵਿੱਚ ਤੈਨੂੰ ਧੱਕੇ ਪੈਣ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਜਿਸ ਕਰਕੇ ਤੈਨੂੰ ਅੰਤ ਨੂੰ ਪਛਤਾਤਾਪ ਕਰਨਾ, ਕਰਿਓ ਕੰਮ ਬਿਲਕੁਲ ਹੀ ਨਾ ਕਰ, ਭੁੱਲ ਕੇ ਵੀ ਨਾ ਕਰ।
ਤੇ ਕੰਮ ਕਿਹੜਾ ਕਰਨਾ ਹੈ। ਸਤਿਗੁਰੂ ਜੀ ਸਾਨੂੰ ਉਦਾਹਰਨਾਂ ਦੇ ਕੇ ਸਮਝਾ ਕੇ ਅਗਲੇ ਪਾਵਨ ਪਵਿੱਤਰ ਬਚਨਾਂ ਦੇ ਵਿੱਚ ਸਮਝਾ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਅਨ ਦਿਨ ਮੂਸਾ ਲਾਜ ਟੁਕਾਈ। ਵਿਦਵਾਨਾਂ ਨੇ, ਸਿਆਣਿਆਂ ਨੇ ਸਾਨੂੰ ਸਮਝਾਉਣ ਵਾਸਤੇ ਬੜੀਆਂ ਸੁੰਦਰ ਉਦਾਹਰਨਾਂ ਦਿੱਤੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਬਦਾਰਥ ਦੀ ਪੋਥੀ ਛਪਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਭਾਗਾਂ ਦੇ ਵਿੱਚ ਛਾਪੇ ਗਏ ਨੇ ਤੇ ਔਖੇ ਔਖੇ ਸ਼ਬਦਾਂ ਦੇ, ਮਹਿੰਗੇ ਸ਼ਬਦਾਂ ਦੇ ਅਰਥ ਦਿੱਤੇ ਨੇ। ਉਹਦੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ ਇਸ ਸ਼ਬਦ ਦੇ ਸੰਬੰਧ ਵਿੱਚ ਕਿ ਅਨ ਦਿਨ ਮੂਸਾ ਲਾਜ ਟੁਕਾਈ। ਬਹੁਤ ਸਤਿਕਾਰਯੋਗ ਮਹਾਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਸ ਸੰਪਰਦਾਇ ਦੇ ਮੁਖੀ ਅੱਜ ਮਹਾਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ, ਉਹਨਾਂ ਨੇ ਇੱਕ ਬੜੀ ਸੁੰਦਰ ਪੋਥੀ ਲਿਖੀ ਹੈ, ਪੋਥੀ ਛਪਵਾਈ ਹੈ, ਜਿਹਦੇ ਵਿੱਚ ਮਹਾਪੁਰਸ਼ਾਂ ਦਾ ਜੀਵਨ ਤੇ ਕੁਝ ਅਲੰਕਾਰ ਛਪਵਾਏ ਹੋਏ ਨੇ। ਉਹਦੇ ਵਿੱਚ ਇਸ ਅਲੰਕਾਰ ਦਾ ਵੀ ਜ਼ਿਕਰ ਕੀਤਾ ਹੋਇਆ। ਕਹਿੰਦੇ ਕੋਈ ਮਨੁੱਖ ਜੰਗਲ ਦੇ ਵਿੱਚ ਗਿਆ ਤੇ ਜੰਗਲ ਦੇ ਵਿੱਚ ਸ਼ੇਰ ਉਹਦੇ ਸਾਹਮਣੇ ਆ ਗਿਆ। ਸ਼ੇਰ ਤੋਂ ਆਪਣੀ ਜਾਨ ਬਚਾਉਣ ਵਾਸਤੇ ਜਿਉਂ ਦੌੜਿਆ, ਭੱਜਿਆ ਜੰਗਲ ਦੇ ਵਿੱਚ, ਮਗਰ ਉਹਦੇ ਸ਼ੇਰ ਲੱਗਿਆ ਹੋਇਆ ਤੇ ਦੌੜਦਾ ਦੌੜਦਾ ਦੇਖਿਆ ਹੈ ਕਿ ਹੁਣ ਮੇਰਾ ਕੋਈ ਚਾਰਾ ਨਹੀਂ, ਸ਼ੇਰ ਨੇ ਮੈਨੂੰ ਪਕੜ ਲੈਣਾ ਹੈ, ਮੈਨੂੰ ਮਾਰ ਦੇਵੇਗਾ, ਸ਼ੇਰ ਦਾ ਸੁਭਾਅ ਹੈ। ਤੇ ਉਹਨੇ ਸਾਹਮਣੇ ਦੇਖਿਆ ਕਿ ਇੱਕ ਬਹੁਤ ਵੱਡਾ ਸਾਰਾ ਬੋੜ ਹੈ ਤੇ ਬੋੜ ਦੀਆਂ ਜੜ੍ਹਾਂ ਵਿੱਚ ਖੂਹ ਹੈ। ਆਪ ਜੀ ਕਈ ਵਾਰੀ ਤੱਕਦੇ ਹੋ, ਖਾਸ ਕਰਕੇ ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਜਿੱਥੇ ਬੋੜ ਹੁੰਦੇ ਸੀ ਉੱਥੇ ਖੂਹ ਜ਼ਰੂਰ ਹੁੰਦੇ ਸੀ। ਇਉਂ ਕਹਿ ਲੋ ਕਿ ਖੂਹ ਦੀ ਮਣ ਦੇ ਨਾਲ, ਖੂਹ ਦੇ ਕੋਲੇ ਜਵੰਦ, ਪਿੱਪਲ ਜਾਂ ਬੋੜ, ਇਹ ਬਹੁਤ ਵੱਡੇ ਵੱਡੇ ਰੁੱਖ ਹੁੰਦੇ ਸੀ ਤੇ ਬੋੜ ਦੀਆਂ ਬਹੁਤ ਵੱਡੀਆਂ ਵੱਡੀਆਂ ਜੜ੍ਹਾਂ ਹੁੰਦੀਆਂ ਨੇ, ਜਿਹਨੂੰ ਅਸੀਂ ਪੰਜਾਬੀ ਵਿੱਚ ਦਾੜੀ ਵੀ ਕਹਿ ਦਿੰਦੇ, ਜੇ ਟਾਹਣਿਆਂ ਤੋਂ ਥੱਲੇ ਨੂੰ ਲਮਕਦੀਆਂ ਹੁੰਦੀਆਂ ਨੇ। ਉਹ ਕਹਿੰਦੇ ਉਸ ਬੋੜ ਦੀਆਂ ਜੜ੍ਹਾਂ ਉਸ ਖੂਹ ਦੇ ਵਿੱਚ ਲਮਕ ਰਹੀਆਂ ਸੀ। ਉਸ ਬੋੜ ਦੀਆਂ ਜੜ੍ਹਾਂ ਨੂੰ ਉਸਨੇ ਫੜ ਕੇ ਤੇ ਖੂਹ ਦੇ ਵਿੱਚ ਲਮਕ ਗਿਆ ਕਿ ਮੈਂ ਸ਼ੇਰ ਤੋਂ ਬਚ ਜਾਵਾਂ। ਆਪਣੀ ਜਾਨ ਬਚਾਉਣ ਵਾਸਤੇ ਖੂਹ ਦੇ ਵਿੱਚ ਲਮਕਿਆ ਨਾ ਜਦੋਂ ਜੜ੍ਹਾਂ ਨੂੰ ਪਕੜ ਕੇ, ਤੇ ਉਹਦਾ ਜਦੋਂ ਥੱਲੇ ਧਿਆਨ ਗਿਆ ਤੇ ਹੈਰਾਨ ਹੋ ਗਿਆ, ਘਬਰਾ ਗਿਆ, ਡਰ ਗਿਆ। ਥੱਲੇ ਸਰਾਲ ਪਈ ਹੋਈ ਹੈ ਖੂਹ ਦੇ ਵਿੱਚ। ਸਰਾਲ ਸਮਝ ਲਓ ਵੱਡਾ ਸੱਪ ਜਿਹਨੂੰ ਅਜਗਰ ਕਹਿੰਦੇ ਨੇ, ਸਾਬਤਾ ਹੀ ਨਿਕਲ ਜਾਂਦਾ, ਪਸ਼ੂ ਨੂੰ ਵੀ ਨਿਕਲ ਜਾਂਦਾ ਹੈ। ਹੁਣ ਥੱਲੇ ਸਰਾਲ ਪਈ ਹੈ, ਉੱਤੇ ਸ਼ੇਰ ਹੈ ਤੇ ਖੂਹ ਦੇ ਵਿੱਚ ਲਮਕਿਆ ਹੋਇਆ, ਉਹ ਜੜ੍ਹਾਂ ਨੂੰ ਪਕੜ ਕੇ, ਰੱਸੇ ਨੂੰ ਪਕੜ ਕੇ ਬਹੁਤ ਭੈ ਭੀਤ ਹੈ। ਤੇ ਕਹਿੰਦੇ ਉਸ ਬੋੜ ਦੇ ਉੱਤੇ ਇੱਕ ਮਖਿਆਲ ਲੱਗਿਆ ਹੋਇਆ, ਡੋਮਣਾ ਲੱਗਿਆ, ਸ਼ਹਿਦ ਲੱਗਿਆ ਹੋਇਆ, ਵੱਡਾ ਸਾਰਾ ਸ਼ਹਿਦ ਦਾ ਛੱਤਾ ਹੈ। ਤੇ ਜਦੋਂ ਥੋੜੀ ਜੜ੍ਹਾਂ ਹਿੱਲੀਆਂ ਨੇ, ਉਹ ਸ਼ਹਿਦ ਦਾ ਚੋਣਾ ਸ਼ੁਰੂ ਹੋ ਗਿਆ। ਪੱਕਾ ਹੋਇਆ ਛੱਤਾ ਸੀ, ਉਹਦੇ ਵਿੱਚੋਂ ਸ਼ਹਿਦ ਟਪਕਣਾ ਸ਼ੁਰੂ ਹੋ ਗਿਆ। ਤੇ ਜਦੋਂ ਸ਼ਹਿਦ ਦੀਆਂ ਬੂੰਦਾਂ ਟਪਕਦੀਆਂ ਨੇ, ਉਹ ਕੁਦਰਤੀ ਉਸ ਲਮਕੇ ਹੋਏ ਮਨੁੱਖ ਦੇ ਮੂੰਹ ਤੇ ਆ ਕੇ ਬੂੰਦਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਜਦੋਂ ਉਹ ਸ਼ਹਿਦ ਦੀਆਂ ਬੂੰਦਾਂ ਉਹਦੇ ਮੂੰਹ ਦੇ ਉੱਤੇ ਆ ਕੇ ਡਿੱਗੀਆਂ, ਮਿੱਠਾ ਲੱਗਿਆ ਸ਼ਹਿਦ, ਕਿਉਂਕਿ ਫਰੀਦਾ ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਸਾਰੀਆਂ ਵਸਤੂਆਂ ਮਿੱਠੀਆਂ ਨੇ ਤੇ ਸ਼ਹਿਰ ਦੀ ਮਿਠਾਸ ਤੇ ਆਪ ਜਾਣਦੇ ਹੋ। ਜਦੋਂ ਉਸ ਦੇ ਬੁੱਲਾਂ ਨੂੰ ਮਿਠਾਸ ਲੱਗੀ, ਉਸ ਦੀ ਜੀਭ ਨੇ ਬੁੱਲਾਂ ਤੇ ਜੀਭ ਫੇਰੀ ਤੇ ਜੀਭ ਦੇ ਨਾਲ ਅੰਦਰ ਉਸਨੇ ਮਿੱਠਾ ਲੰਘਾਇਆ ਨਾ, ਤੇ ਉਹ ਮਸਤ ਹੋ ਗਿਆ। ਉਹਨੂੰ ਥੱਲੇ ਉੱਤੇ ਖਲੋਤਾ ਸ਼ੇਰ ਵੀ ਭੁੱਲ ਗਿਆ, ਥੱਲੇ ਪਈ ਸਰਾਲ ਵੀ ਭੁੱਲ ਗਈ ਤੇ ਉਸ ਮਿੱਠੇ ਦੇ ਲਾਲਚ ਦੇ ਵਿੱਚ ਐਸਾ ਖੱਚਤ ਹੋਇਆ ਕਿ ਉਹਨੂੰ ਮੌਤ ਹੀ ਭੁੱਲ ਗਈ। ਤੇ ਉਹ ਦੇਖਿਆ ਕਿ ਉਸਨੇ ਜਿਹੜੀਆਂ ਜੜ੍ਹਾਂ ਨਾਲ ਲਮਕਿਆ ਹੋਇਆ ਸੀ ਨਾ, ਉਹਨੂੰ ਚੂਹੇ ਕੁਤਰ ਰਹੇ ਨੇ। ਉਹ ਚੂਹਿਆਂ ਦਾ ਖਿਆਲ ਵੀ ਭੁੱਲ ਗਿਆ, ਸ਼ੇਰ ਵੀ ਭੁੱਲ ਗਿਆ, ਸਰਾਲ ਵੀ ਭੁੱਲ ਗਿਆ। ਇੱਕ ਯਾਦ ਰਹਿ ਗਿਆ ਤੇ ਉਸ ਨੂੰ ਮਿੱਠਾ ਯਾਦ ਰਹਿ ਗਿਆ, ਮਾਖਿਓ ਮਿੱਠਾ ਰਹਿ ਕੇ ਯਾਦ ਰਹਿ ਗਿਆ। ਹੋਇਆ ਕਿ ਉਹ ਮਿੱਠੇ ਦੇ ਲਾਲਚ ਵਿੱਚ ਐਸਾ ਖੱਚਤ ਹੋਇਆ
ਨਾ ਚੂਹਿਆਂ ਦਾ ਖਿਆਲ ਕੀਤਾ, ਨਾ ਸਰਾਲ ਦਾ ਖਿਆਲ ਕੀਤਾ। ਚੂਹਿਆਂ ਨੇ ਹੌਲੀ 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 ਉਹ ਜੜਾਂ ਜਿਹੜੀਆਂ ਟੁੱਕਦਿਆਂ 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 ਉਹ ਟੁੱਕ ਦਿੱਤੀਆਂ ਤੇ ਸਰਾਲ ਦੇ ਮੂੰਹ ਵਿੱਚ ਜਾ ਕੇ ਪੈ ਗਿਆ, ਮੌਤ ਹੋ ਗਈ। ਇਹ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ। ਇਹ ਗੁਰਦੇਵ ਪਾਤਸ਼ਾਹ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਸਾਨੂੰ। ਇਹ ਸੰਸਾਰ ਇੱਕ ਜੰਗਲ ਦੀ ਤਰ੍ਹਾਂ ਹੈ। ਇਹ ਜਿਹੜੀ ਦੁਨੀਆ ਸੰਸਾਰ ਹੈ ਨਾ, ਇਹ ਇੱਕ ਜੰਗਲ ਦੀ ਤਰ੍ਹਾਂ ਹੈ ਤੇ ਕਾਲ ਰੂਪੀ ਸ਼ੇਰ ਇਸ ਦੇ ਮਗਰ ਲੱਗਿਆ ਹੋਇਆ ਹੈ। ਕਾਲ ਸਮੇਂ ਨੂੰ ਵੀ ਕਿਹਾ ਗਿਆ ਹੈ, ਕਾਲ ਜਮਕਾਲ ਨੂੰ ਵੀ ਕਿਹਾ ਗਿਆ ਹੈ, ਕਾਲ ਮੌਤ ਨੂੰ ਵੀ ਕਿਹਾ ਗਿਆ। ਕਾਲ ਦੇ ਅਨੇਕਾਂ ਅਰਥ ਨੇ ਤੇ ਸਿਆਣੇ ਕਹਿੰਦੇ ਜਥਾ ਪ੍ਰਸੰਗ ਤਥਾ ਅਰਥਾ। ਜਿਸ ਤਰ੍ਹਾਂ ਦਾ ਪ੍ਰਸੰਗ ਹੁੰਦਾ ਹੈ ਅਰਥ ਉਸੇ ਤਰ੍ਹਾਂ ਦੇ ਹੋ ਜਾਂਦੇ ਨੇ। ਇਸ ਲਈ ਇੱਥੇ ਮਹਾਪੁਰਸ਼ਾਂ ਨੇ ਇਹ ਕਾਲ ਨੂੰ ਇੱਕ ਸ਼ੇਰ ਦਾ ਰੂਪ ਦਿੱਤਾ ਕਿ ਕਾਲ ਰੂਪੀ ਸ਼ੇਰ ਇਹਦੇ ਮਗਰ ਲੱਗਿਆ ਹੋਇਆ ਹੈ। ਕਿਉਂਕਿ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਣੀ। ਇਹ ਕਾਲ ਜਿਹੜਾ ਨਾ ਛਿਨ ਛਿਨ ਕਰਕੇ ਇਹਦੇ ਮਗਰ ਲੱਗਿਆ, ਉਸ ਨੂੰ ਦੌੜਾ ਰਿਹਾ ਹੈ। ਤੇ ਜਿਵੇਂ ਟੁੱਟੇ ਹੋਏ ਘੜੇ ਦਾ ਪਾਣੀ ਹੁੰਦਾ ਹੈ ਨਾ, ਇੱਕ ਤਾਂ ਘੜਾ ਟੁੱਟ ਜਾਂਦਾ ਨਾ, ਬਿਲਕੁਲ ਟੁੱਟ ਜਾਂਦਾ ਹੈ। ਕੋਈ ਘੜੇ ਐਸੇ ਹੁੰਦੇ ਨੇ ਉਹ ਸਿਮਦੇ ਨੇ, ਜਾਂ ਕਿਸੇ ਨੂੰ ਥੋੜੀ ਜਿਹੀ ਤਰੇੜ ਆਈ ਹੁੰਦੀ ਹੈ, ਉਹ ਸਿਮ ਕੇ ਪਾਣੀ ਘੜੇ ਦਾ ਖਤਮ ਹੋ ਜਾਂਦਾ ਹੈ ਤੇ ਕਰਥ ਕਿਸੇ ਵੀ ਨਹੀਂ ਆਉਂਦਾ ਪਾਣੀ, ਨਾ ਕਿਸੇ ਦੀ ਪਿਆਸ ਬੁਝਾਉਂਦਾ ਹੈ, ਨਾ ਕਿਸੇ ਬਿਰਸ਼ ਨੂੰ ਹਰਿਆਈ ਕਰਦਾ ਹੈ। ਇਸੇ ਤਰ੍ਹਾਂ ਸਰੀਰ ਰੂਪੀ ਵੀ ਇੱਕ ਘੜਾ ਹੈ, ਪਰ ਇਹ ਤਿੜਕਿਆ ਹੋਇਆ 9 ਦਰਵਾਜ਼ੇ ਇਹਦੇ ਨੇ ਜਿਨ੍ਹਾਂ ਵਿੱਚੋਂ ਇਹਦੇ ਸਵਾਸ ਨਿਕਲ ਰਹੇ ਨੇ। ਤੇ ਹੌਲੀ ਹੌਲੀ ਸਾਰੇ ਸਵਾਸ ਰੂਪੀ ਪਾਣੀ ਖਤਮ ਹੋ ਗਿਆ, ਬੜਿਆ ਕੁਛ ਵੀ ਨਹੀਂ ਹੈ। ਇਸ ਕਾਲ ਨੂੰ ਇੱਕ ਸ਼ਿਕਾਰੀ ਦੀ ਤਸ਼ਬੀਹ ਵੀ ਦਿੱਤੀ ਗਈ ਹੈ ਕਿ ਜਿਵੇਂ ਸ਼ਿਕਾਰੀ ਆਪਣਾ ਜਾਲ ਲੈ ਕੇ ਸ਼ਿਕਾਰੀ ਦੇ ਪਿੱਛੇ ਪਿੱਛੇ ਫਿਰਦਾ ਹੈ, ਜਦੋਂ ਉਹਦਾ ਦਾਅ ਲੱਗਦਾ ਸ਼ਿਕਾਰੀ ਜਾਲ ਸੁੱਟ ਕੇ ਆਪਣੇ ਸ਼ਿਕਾਰ ਨੂੰ, ਪੰਛੀ ਨੂੰ ਜਾਲ ਵਿੱਚ ਫਸਾ ਲੈਂਦਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਵੀ ਇਹ ਬਚਨ ਕਹਿੰਦੀ, ਭਗਤ ਕਬੀਰ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ। ਕਾਲ ਅਹੇਰੀ ਫਿਰੈ ਬਦਕ ਜੋ, ਕਹੋ ਕਵਨ ਬਿਦ ਕੀਜੈ। ਕਹਿੰਦੇ ਕਾਲ ਸ਼ਿਕਾਰੀ ਹੈ ਤੇ ਕਾਲ ਰੂਪੀ ਸ਼ਿਕਾਰੀ ਤੇਰੇ ਮਗਰ ਲੱਗਿਆ ਹੋਇਆ ਹੈ। ਜਦੋਂ ਉਸ ਕਾਲ ਰੂਪੀ ਸ਼ਿਕਾਰੀ ਨੇ ਤੈਨੂੰ ਜਾਲ ਵਿੱਚ ਫਸਾ ਲਿਆ, ਫਿਰ ਕਿਹੜੀ ਵਿਧੀ, ਕਿਹੜਾ ਤਰੀਕਾ, ਕਿਹੜਾ ਢੰਗ ਉਪਾਅ ਕਰੇਗਾ? ਫਿਰ ਤੂੰ ਇਸ ਕਾਲ ਤੋਂ ਬਚ ਨਹੀਂ ਸਕੇਗਾ। ਇਸ ਕਰਕੇ ਕਹਿੰਦੇ ਮੌਤ ਰੂਪੀ ਸਰਾਲ ਜਿਹੜੀ ਹੈ ਨਾ, ਉਹ ਖੂਹ ਦੇ ਵਿੱਚ ਪਈ ਹੋਈ ਹੈ। ਔਰ ਇਸੇ ਪ੍ਰਕਾਰ ਮਹਾਪੁਰਸ਼ਾਂ ਨੇ ਇਸ ਚੂਹੇ ਨੂੰ ਦਿਨ ਤੇ ਰਾਤ ਕਾਲਾ ਤੇ ਚਿੱਟਾ ਚੂਹਾ ਕਿਹਾ, ਕਿਉਂਕਿ ਦਿਨ ਤੇ ਰਾਤ ਕਰਕੇ ਸਾਡੀ ਉਮਰ ਜਿਹੜੀ ਬਤੀਤ ਹੁੰਦੀ ਜਾ ਰਹੀ ਹੈ। ਇੱਕ ਛਿਨ ਛਿਨ ਕਰਕੇ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਣੀ। ਇੱਕ ਇੱਕ ਛਿਨ ਕਰਕੇ ਉਮਰ ਘਟਦੀ ਜਾ ਰਹੀ ਹੈ। ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਿਕ ਲਾਡ ਤਰ ਪੇਖਤ ਹੀ ਜਮ ਰਾਉ ਹਸੈ। ਜਮਰਾਜ ਹੱਸਦਾ, ਕਾਲ ਹੱਸਦਾ, ਮੌਤ ਹੱਸਦੀ ਇਸ ਨੂੰ ਵੇਖ ਕੇ। ਬੱਚਾ ਜਨਮ ਲੈਂਦਾ, ਮਾਂ ਕਹਿੰਦੀ ਅੱਜ 5 ਦਿਨਾਂ ਦਾ, ਅੱਜ 7 ਦਿਨਾਂ ਦਾ, ਅੱਜ 13 ਦਿਨਾਂ ਦਾ ਹੋ ਗਿਆ, ਖੁਸ਼ੀ ਕਰ ਲਈਏ। 1.25 ਮਹੀਨੇ ਦਾ ਹੋ ਗਿਆ। ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਵੀ ਕਰਦੇ ਆ। ਮਹੀਨਾ ਸਾਲ ਗੁਜ਼ਰ ਜਾਂਦੇ ਨੇ, ਮਾਂ ਸਮਝਦੀ ਹੈ ਮੇਰਾ ਪੁੱਤਰ, ਮੇਰਾ ਧੀ ਵੱਡੇ ਹੋ ਰਹੇ ਨੇ, ਪਰ ਜਮਕਾਲ ਹੱਸਦਾ ਹੈ ਕਿ ਇਹ ਭੋਲੀ ਮਾਂ, ਇਹ ਵੱਡਾ ਨਹੀਂ ਹੋ ਰਿਹਾ ਤੇ ਛੋਟਾ ਹੋ ਰਿਹਾ ਹੈ, ਕਿਉਂਕਿ ਇਹਦੀ ਉਮਰ ਘਟਦੀ ਜਾ ਰਹੀ ਹੈ। ਗਿਣ ਘਾਲੇ ਸਭ ਦਿਵਸ ਸਾਸ, ਨਾ ਵੱਢਣ ਘਟਣ ਤਿਲ ਸਾਰ। ਇਹ ਤੇ ਤੈਨੂੰ ਦਿਨ ਮਿਲ ਕੇ ਗਿਣ ਕੇ ਦਿੱਤੇ ਹੋਏ ਨੇ, ਇਹ ਵਧਨੇ ਘਟਨੇ ਨਹੀਂ। ਇਸ ਲਈ ਜਿਹੜੇ ਨੇ ਦਿਨ ਤੇ ਰਾਤ ਕਾਲਾ ਤੇ ਚਿੱਟਾ ਚੂਹਾ ਹੈ। ਮੌਤ ਰੂਪੀ ਵੀ ਚੂਹਾ ਕਿਹਾ ਗਿਆ ਹੈ। ਇਹਦੀ ਉਮਰ ਰੂਪੀ ਜਿਹੜੀ ਲੱਜ ਹੈ ਨਾ, ਜਿਵੇਂ ਬੋੜ ਦੀਆਂ ਜੜਾਂ ਹੁੰਦੀਆਂ ਨੇ, ਇਹ ਉਮਰ ਹੈ ਇਸ ਦੀ।
ਸਵਾਸਾਂ ਦੀ ਇੱਕ ਲੱਜ ਹੈ, ਸਵਾਸਾਂ ਦੀ ਲੜੀ ਹੈ, ਤੇ ਜਦੋਂ ਸਵਾਸਾਂ ਦੀ ਲੜੀ ਟੁੱਟ ਜਾਏ ਸਵਾਸ ਖਿੰਡ ਜਾਂਦੇ ਨੇ। ਮਾਲਾ ਉਤਨਾ ਚਿਰ ਹੈ ਜਿੰਨਾ ਚਿਰ ਉਸ ਦੇ ਵਿੱਚ ਧਾਗਾ ਹੈ। ਮਣਕਿਆਂ ਦੀ ਕੋਈ ਵੈਲਿਊ ਨਹੀਂ, ਵੈਲਿਊ ਉਸ ਧਾਗੇ ਦੀ ਹੈ ਜਿਸ ਧਾਗੇ ਵਿੱਚ ਮੋਤੀ ਪਰੋਏ ਹੋਏ ਨੇ, ਮਣਕੇ ਪਰੋਏ ਹੋਏ ਨੇ। ਜਿੰਨਾ ਚਿਰ ਉਸ ਦੇ ਵਿੱਚ ਧਾਗਾ ਹੈ ਉਹਨਾਂ ਵਿੱਚ ਮਾਲਾ ਹੈ, ਤੇ ਜਦੋਂ ਧਾਗਾ ਟੁੱਟ ਗਿਆ ਮੋਤੀ ਬਿਖਰ ਜਾਣਗੇ, ਇੱਕ ਇੱਕ ਹੋ ਕੇ ਸਾਰੇ ਖਿੰਡ ਜਾਣਗੇ, ਹੱਥ ਵੀ ਨਹੀਂ ਆਉਣਗੇ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਹਾਪੁਰਸ਼ਾਂ ਨੇ ਉਦਾਹਰਣ ਦਿੱਤੀ ਹੈ ਕਿ ਇਹਦੀ ਮੌਤ ਰੂਪੀ ਜਿਹੜੀ ਲੱਜ ਹੈ ਨਾ, ਉਹਨੂੰ ਉਹ ਚੂਹੇ ਕੱਟ ਰਹੇ ਨੇ, ਪਰ ਉੱਤੇ ਮਖਿਆਲ ਲੱਗਾ ਹੋਇਆ ਹੈ। ਮਖਿਆਲ ਕਾਹਦਾ ਹੈ? ਇਹ ਪਦਾਰਥਾਂ ਦਾ, ਮਾਇਆ ਦੇ ਪਦਾਰਥਾਂ ਦਾ, ਮਿੱਠੇ ਪਦਾਰਥਾਂ ਦਾ। ਉਹ ਪਦਾਰਥ ਇਸ ਨੂੰ ਚੰਗੇ ਲੱਗਦੇ ਨੇ, ਰਸਾਂ ਕਸਾਂ ਦੇ ਵਿੱਚ ਖਚਤ ਹੋ ਗਿਆ ਹੈ। ਇਸੇ ਲਈ ਸਤਿਗੁਰੂ ਜੀ ਕਹਿੰਦੇ ਵਿਖੇ ਰਸ ਫੀਕਾ ਤਿਆਗ ਰੀ ਸਖੀਏ, ਐ ਸਖੀਏ ਹੈ ਜੀਵ ਰੂਪੀ ਸਖੀਏ ਸਹੇਲੀਏ। ਇਹ ਦੁਨੀਆ ਦੇ ਪਦਾਰਥ ਵਿਸ਼ੇ ਸੁੱਖ ਨੇ, ਵਿਸ਼ਿਆਂ ਦੇ ਪਦਾਰਥ ਨੇ, ਇਸ ਨੂੰ ਤਿਆਗ ਦੇ। ਫਿਰ ਮਹਾਰਾਜ ਰਸਤੇ ਚਾਹੀਦਾ ਹੀ ਹੈ ਨਾ, ਜ਼ਬਾਨ ਨੂੰ ਕੋਈ ਤਾਂ ਰਸ ਚਾਹੀਦਾ ਨਾ। ਫਿਰ ਕਿਹੜਾ ਰਸ ਚਾਹੀਦਾ, ਕਿਹੜਾ ਰਸ ਪੀਏ? ਕਹਿੰਦੇ ਨਾਮ ਮਹਾਰਸ ਪੀਓ। ਨਾਮ ਦਾ ਰਸ ਜਿਹੜਾ ਸਾਰਿਆਂ ਤੋਂ ਵੱਡਾ ਰਸ ਹੈ, ਸਾਰਿਆਂ ਤੋਂ ਸ਼੍ਰੋਮਣੀ ਰਸ ਨਾਮ ਦਾ ਰਸ ਹੈ। ਨਾਮ ਦੇ ਰਸ ਨੂੰ ਪੀਣਾ ਕਰੋ, ਤੁਸੀਂ ਤਜਰਬਾ ਕਰ ਲਵੋ। ਰੋਜ਼ ਤੁਸੀਂ ਕਹੋ ਕਿ ਮੈਂ ਮਠਿਆਈ ਖਾਣੀ ਹੈ, ਤੇ ਰੋਜ਼ ਨਹੀਂ ਖਾ ਸਕੋਗੇ, ਅੱਕ ਜਾਓਗੇ। ਖਾਂਦਿਆਂ ਖਾਂਦਿਆਂ ਕਹੋਗੇ ਕੋਈ ਇਸ ਦੇ ਨਾਲ ਦੂਸਰਾ ਪਦਾਰਥ ਹੋਣਾ ਚਾਹੀਦਾ ਜਿਹੜਾ ਨਮਕੀਨ ਹੋਵੇ। ਮਠਾਈ ਖਾਂਦਾ ਖਾਂਦਾ ਮਨੁੱਖ ਨਮਕੀਨ ਲੈਣਾ ਚਾਹੁੰਦਾ ਹੈ, ਨਮਕੀਨ ਖਾਣ ਵਾਲਾ ਫਿਰ ਮਿੱਠੇ ਨੂੰ ਚਾਹੁੰਦਾ ਹੈ, ਕਿਉਂਕਿ ਉਹ ਰਸ ਫਿੱਕੇ ਨੇ, ਹਮੇਸ਼ਾ ਰਹਿਣ ਵਾਲੇ ਨਹੀਂ। ਪਰ ਤੁਸੀਂ ਕਿਤੇ ਨਾਮ ਦਾ ਰਸ ਚੱਖ ਕੇ ਦੇਖਣਾ ਕਰੋ ਨਾ, ਨਾਮ ਦੀ ਰਸ ਦੇ ਨਾਲ ਜੁੜਨਾ ਕਰੋ। ਅੱਜ ਤੁਸੀਂ 5 ਮਿੰਟ ਜਪੋ, ਕੱਲ ਨੂੰ ਤੁਹਾਡਾ ਮਨ ਕਰੇਗਾ 7 ਮਿੰਟ ਜਪਾਂਗੇ, ਅਗਲੇ ਦਿਨ ਤੁਸੀਂ 10 ਮਿੰਟ ਜਪੋਗੇ, ਅਗਲੇ ਦਿਨ 15-20 ਮਿੰਟ ਜਪੋਗੇ। ਜਪਦਿਆਂ ਜਪਦਿਆਂ ਐਸੀ ਅਵਸਥਾ ਬਣ ਜਾਏਗੀ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਸਵਾਸ ਸਵਾਸ ਸਿਮਰਨ ਦੀ ਗਤੀ ਬਣ ਜਾਏਗੀ, ਮਨ ਦੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਜਿੱਥੇ ਸਿਮਰਨ ਹੈ ਉੱਥੇ ਚਿੰਤਾ ਨਹੀਂ ਹੈ, ਤੇ ਜਿੱਥੇ ਚਿੰਤਾ ਹੈ ਨਾ ਉੱਥੇ ਆਨੰਦ ਨਹੀਂ, ਸ਼ਾਂਤੀ ਨਹੀਂ, ਟਿਕਾਓ ਨਹੀਂ ਹੈ। ਅੰਤਰ ਚਿੰਤਾ ਨੀਂਦ ਨਾ ਸੋਵੇ। ਜੇ ਅੰਦਰ ਚਿੰਤਾ ਹੈ ਤੇ ਨੀਂਦ ਵੀ ਨਹੀਂ ਆ ਸਕਦੀ। ਮਖਮਲੀ ਗੱਦਿਆਂ ਤੇ, ਰੇਸ਼ਮੀ ਗਦੈਲਿਆਂ ਤੇ ਵੀ ਨੀਂਦ ਨਹੀਂ ਆਉਂਦੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਨਾਮ ਦਾ ਰਸ ਪੀਣਾ ਕਰ। ਸ਼ੁਰੂ ਕਰਾਂਗੇ ਤੇ ਉਹਦਾ ਆਨੰਦ ਹੀ ਵੱਖਰਾ ਆ ਜਾਏਗਾ। ਜੇ ਅਸੀਂ ਨਾਮ ਦੇ ਰਸ ਦੇ ਨਾਲ ਜੁੜ ਜਾਈਏ। ਪਦਾਰਥਾਂ ਦੇ ਰਸ ਵਿੱਚ ਲੱਗਿਆ ਹੋਇਆ ਮਨੁੱਖ ਮੌਤ ਨੂੰ ਭੁੱਲ ਗਿਆ, ਕਾਲ ਨੂੰ ਭੁੱਲ ਗਿਆ। ਆਪਣੀ ਉਮਰ ਦੀ ਲੱਜ ਜਿਹੜੀ ਸੀ ਉਸਨੇ ਟੁਕਾ ਲਈ, ਟੁੱਕੀ ਗਈ, ਕੱਟੀ ਗਈ, ਵੱਢੀ ਗਈ, ਤੇ ਜੀਵਨ ਖਤਮ ਹੋ ਗਿਆ। ਕਹਿਣ ਤੋਂ ਭਾਵ ਬੱਚਾ ਜਨਮ ਲੈਂਦਾ ਹੈ ਨਾ, ਤੇ ਬੱਚਾ ਜਨਮ ਲੈਂਦਿਆਂ ਸਾਰ ਅਸੀਂ ਉਸ ਨੂੰ ਗੁੜਤੀ ਮਿੱਠੇ ਦੀ ਦਿੰਦੇ ਹਾਂ। ਮੇਰੀਆਂ ਭੈਣਾਂ ਮਾਤਾਵਾਂ ਬੈਠੀਆਂ ਨੇ, ਅਸੀਂ ਉਹਦਾ ਮੂੰਹ ਦੇ ਨਾਲ ਮਿੱਠਾ ਲਗਾ ਦਿੰਦੇ ਹਾਂ ਕਿ ਬੱਚੇ ਨੂੰ ਗੁੜਤੀ ਦੇਣੀ ਹੈ। ਭਲਿਓ ਮੈਂ ਕੱਲ ਵੀ ਬੇਨਤੀ ਕੀਤੀ ਸੀ, ਗੁੜਤੀ ਜਿਹੜੀ ਹੈ ਨਾ ਉਹ ਸਿਮਰਨ ਦੀ ਦਿਆ ਕਰੋ, ਨਿਤਨੇਮ ਦੀ ਦਿਓ, ਮੂਲ ਮੰਤਰ ਦੀ ਦਿਓ। ਚਲੋ ਮਿੱਠਾ ਵੀ ਦੇ ਦਿਓ, ਪਰ ਪਹਿਲੋਂ ਬਾਣੀ ਨਾਲ ਜੋੜੋ, ਪਹਿਲੋਂ ਪ੍ਰਮਾਤਮਾ ਨਾਲ ਜੋੜੋ, ਫਿਰ ਸੰਸਾਰ ਨਾਲ ਜੋੜੋ। ਅਸੀਂ ਪਹਿਲੋਂ ਸੰਸਾਰ ਨਾਲ ਜੋੜ ਦਿੰਦੇ ਹਾਂ, ਪਰਮਾਤਮਾ ਤੇ ਭੁੱਲ ਹੀ ਜਾਂਦਾ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰੇ ਬਚਨ ਬਖਸ਼ੇ ਸਾਨੂੰ ਸਮਝਾਉਣ ਵਾਸਤੇ ਕਿ ਕਿਵੇਂ ਨਾ ਕਿਵੇਂ ਸਾਨੂੰ ਸਮਝ ਆ ਜਾਏ। ਅਸੀਂ ਤਾਂ ਵਾਅਦਾ ਕੀਤਾ ਸੀ ਮਾਲਕ ਦੇ ਨਾਲ, ਜਿਹੜੀ ਮੈਂ ਪਹਿਲੋਂ ਬੇਨਤੀ ਕੀਤੀ ਕਿ ਕਰਨੋ ਹੋ ਸੋ ਨਾ ਕੀਓ। ਜੋ ਕਰਨ ਵਾਸਤੇ ਅਸੀਂ ਕਹਿ ਕੇ ਆਏ ਸੀ, ਕੋਈ ਨੌਕਰ, ਕੋਈ ਸੇਵਕ, ਕੋਈ ਸੇਵਾਦਾਰ ਆਪਣੇ ਮਾਲਕ ਨਾਲ, ਆਪਣੇ ਜਿਹੜਾ ਉਸ ਤੋਂ ਉੱਪਰ ਸੁਪਰੀਮ ਹੈ, ਉਸ ਦਾ ਬੌਸ ਹੈ,
ਉਹਦੇ ਨਾਲ ਕਮੈਂਟਮੈਂਟ ਕਰਦਾ ਕਿ ਮੈਂ ਆਹ ਕੰਮ ਕਰਕੇ ਆਵਾਂਗਾ। ਤੁਸੀਂ ਫਰਜ਼ ਕਰੋ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਸਕੂਲ ਦੇ ਵਿੱਚ ਉਹਨੂੰ ਹੋਮਵਰਕ ਮਿਲ ਜਾਂਦਾ, ਘਰ ਵਿੱਚ ਕੰਮ ਕਰਨ ਵਾਸਤੇ ਮਿਲ ਜਾਂਦਾ ਹੈ ਵੀ ਮੈਂ ਕੱਲ ਨੂੰ ਇਹ ਕੰਮ ਕਰਕੇ ਆਉਣਾ ਹੈ, ਫਿਰ ਸਕੂਲ ਵਿੱਚ ਦਾਖਲ ਹੋਣਾ ਹੈ। ਬੱਚਾ ਸਕੂਲ ਵਿੱਚੋਂ ਆਇਆ, ਘਰ ਵਿੱਚ ਆਇਆ, ਕੰਮ ਕੀਤਾ ਨਹੀਂ, ਨਾ ਕੰਮ ਕਰਕੇ ਜਦੋਂ ਅਗਲੇ ਦਿਨ ਸਕੂਲ ਵਿੱਚ ਜਾਂਦਾ ਹੈ ਤੇ ਫਿਰ ਉਸ ਨੂੰ ਤਾੜਨਾ ਤੇ ਹੁੰਦੀ ਹੈ ਨਾ, ਉਸ ਨੂੰ ਡੰਡੇ ਤੇ ਪੈਂਦੇ ਹੀ ਪੈਂਦੇ ਨੇ। ਖੈਰ ਹੁਣ ਸਮਾਂ ਬਦਲ ਗਿਆ, ਇਸ ਲਈ ਜਿਹੜਾ ਕੰਮ ਕਰਨ ਵਾਸਤੇ ਅਸੀਂ ਕਹਿ ਕੇ ਆਏ ਸੀ, ਮਾਲਕ ਸਾਡੇ ਤੇ ਕਿਰਪਾ ਕਰ, ਮਾਤਾ ਦੇ ਗਰਭ ਦੇ ਵਿੱਚੋਂ ਜਿੱਥੇ ਮੁਖ ਤਲੇ ਪੈਰ ਉੱਪਰੇ ਵਸੰਦੋ ਕੋਥੜੇ ਥਾਏ, ਬੜੇ ਕੋਥੜੇ ਥਾਂ ਦੇ ਉੱਤੇ ਅਸੀਂ ਵਸਦੇ ਸੀ, ਮੁਖ ਨੀਵਾਂ ਪੈਰ ਉੱਪਰ ਸੀ ਤੇ ਮਾਲਕ ਦੇ ਚਰਨਾਂ ਵਿੱਚ ਅਰਦਾਸ ਕੀਤੀ, ਸਤਿਗੁਰੂ ਜੀ ਸਾਨੂੰ ਇਸ ਨਰਕ ਦੇ ਵਿੱਚੋਂ ਕੱਢੋ, ਅਸੀਂ ਸਵਾਸ ਸਵਾਸ ਤੇਰਾ ਨਾਮ ਜਪਾਂਗੇ। ਮਾਲਕ ਨੇ ਤੇ ਕਿਰਪਾ ਕਰ ਦਿੱਤੀ, ਮਾਤਾ ਦੇ ਗਰਭ ਦੇ ਵਿੱਚੋਂ ਜਨਮ ਹੋ ਗਿਆ ਸਾਡਾ, ਪਰ ਜਨਮ ਲੈਂਦਿਆਂ ਸਾਰ ਜਨਮ ਦੇਣ ਵਾਲੇ ਨੂੰ ਭੁੱਲ ਗਏ, ਜਿਹਦੇ ਨਾਲ ਅਸੀਂ ਵਾਅਦਾ ਕਰਕੇ ਆਏ ਸੀ ਉਹ ਵਾਅਦਾ ਭੁੱਲ ਗਏ, ਵਾਅਦਾ ਖਿਲਾਫੀ ਬਣ ਗਏ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਮਾਲਕ ਨੂੰ ਭੁੱਲ ਗਏ, ਜਿਸ ਮਾਲਕ ਨੇ ਸੰਸਾਰ ਤੇ ਭੇਜਿਆ ਸੀ ਉਸ ਮਾਲਕ ਨੂੰ ਭੁੱਲ ਗਏ। ਦੁਨੀਆ ਨਾਲ ਸਾਡਾ ਚਿੱਤ ਲੱਗ ਗਿਆ, ਮਿੱਠੇ ਦੇ ਨਾਲ ਅਸੀਂ ਜੁੜ ਗਏ, ਮਾਂ ਬਾਪ ਦੀ ਸੋਝੀ ਆ ਗਈ, ਜੀਵਨ ਇਸੇ ਵਿੱਚ ਹੀ ਸਾਡਾ ਬਤੀਤ ਹੋ ਗਿਆ, ਪਦਾਰਥਾਂ ਵਿੱਚ ਹੀ ਖਚਿਤ ਹੋ ਗਿਆ। ਤੇ ਜਦੋਂ ਅੰਤ ਦਾ ਸਮਾਂ ਆਉਂਦਾ ਹੈ ਨਾ, ਉਦੋਂ ਵੀ ਇਹਦੀਆਂ ਵਾਸ਼ਨਾ ਨਹੀਂ ਮੁੱਕਦੀਆਂ ਹਨ, ਉਦੋਂ ਵੀ ਚਾਹੁੰਦਾ ਕਿ ਮੈਨੂੰ ਫਲਾਣਾ ਪਦਾਰਥ ਛਕਾ ਦਿਓ, ਮੈਨੂੰ ਉਹ ਚੀਜ਼ ਚਾਹੀਦੀ ਹੈ, ਮੈਨੂੰ ਉਹ ਚੀਜ਼ ਚਾਹੀਦੀ ਹੈ। ਨਾਨਕ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜਨਮ ਸਾਖੀ ਜਿਹੜੀ ਹੈ ਨਾ, ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਨਾਨਕ ਪ੍ਰਕਾਸ਼ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ। ਜਦੋਂ ਸਤਿਗੁਰੂ ਪਾਤਸ਼ਾਹ ਜੀ ਲਾਹੌਰ ਪਹੁੰਚੇ ਦੁਨੀ ਚੰਦ ਦੀ ਹਵੇਲੀ ਤੇ ਦੁਨੀ ਚੰਦ ਅੱਗੇ ਕਹਿੰਦੇ ਸਗਲਾ ਆਪਣੇ ਸਰਾਧ ਕਰਾ ਰਿਹਾ ਸੀ। ਵੈਸੇ ਗੁਰਮਤਿ ਵਿੱਚ ਸਰਾਧਾਂ ਨੂੰ ਕੋਈ ਥਾਂ ਨਹੀਂ ਹੈ, ਸਭ ਤੋਂ ਵੱਡੇ ਸਰਾਧ ਨੇ ਇਹ ਜਿਨ੍ਹਾਂ ਦੇ ਅਸੀਂ ਹੁਣ ਸਹਾਇਤਾ ਕਰਨੀ ਹੈ, ਸਭ ਤੋਂ ਵੱਡੀ ਇਹ ਸੇਵਾ ਹੈ। ਲੋੜਵੰਦ ਨੂੰ ਪ੍ਰਸ਼ਾਦਾ ਛਕਾਉਣਾ ਸਭ ਤੋਂ ਵੱਡਾ ਸਰਾਧ ਹੈ, ਤੇ ਜ਼ਬਰਦਸਤੀ ਕਿਸੇ ਨੂੰ ਘਰ ਬੁਲਾਉਣਾ ਉਹ ਕਾਹਦੇ ਸਰਾਧ ਨੇ। ਕਈ ਤਾਂ ਪ੍ਰਸ਼ਾਦਾ ਛਕਣ ਦੇ ਡਰੋਂ ਅੱਗੋਂ ਭੱਜ ਜਾਂਦੇ ਨੇ ਵੀ ਮੈਂ ਨਹੀਂ ਛਕ ਸਕਦਾ, ਮੈਂ ਤੇ ਅੱਗੇ 4 ਘਰਾਂ ਤੋਂ ਛਕ ਆਇਆ। ਉਹ ਸਰਾਧ ਕਿਸੇ ਇੱਕ ਪ੍ਰਕਾਰ ਨਹੀਂ। ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸਰਾਧ ਕਰਾਹੀ। ਜਿਉਂਦਿਆਂ ਨੂੰ ਤੇ ਕੋਈ ਮੰਨਦਾ ਨਹੀਂ। ਹੁਣ ਕਿੰਨੇ ਜਿਉਂਦੇ ਚਾਹੁੰਦੇ ਨੇ ਸਾਡੀ ਸਹਾਇਤਾ, ਚਾਹੁੰਦੇ ਨੇ ਸਾਡੇ ਕੋਲ ਉਹ ਸਹਾਇਤਾ, ਪ੍ਰਸ਼ਾਦਾ ਪਾਣੀ ਜਿਤਨਾ ਵੀ ਸਹਾਇਤਾ ਹੋਵੇ, ਤੇ ਅਸੀਂ ਉਹਨਾਂ ਦੀ ਤੇ ਸਹਾਇਤਾ ਕਰਨ ਵਾਸਤੇ ਤਿਆਰ ਨਹੀਂ, ਤੇ ਮੂਆਂ ਵਾਸਤੇ ਅਸੀਂ ਸਰਾਧ ਕਰਾਉਨੇ ਆ। ਦੁਨੀ ਚੰਦ ਦੀ ਹਵੇਲੀ ਗਏ ਪਾਤਸ਼ਾਹ ਜੀ, ਤੇ ਦੁਨੀ ਚੰਦ ਸਰਾਧ ਕਰਵਾ ਰਿਹਾ ਸੀ। ਮਹਾਰਾਜ ਕਹਿੰਦੇ ਭਈ ਕੀ ਪੁਰਬ ਹੈ, ਕੀ ਸਮਾਗਮ ਹੈ, ਕੀ ਘਰ ਵਿੱਚ ਖੁਸ਼ੀ ਹੈ? ਕਹਿੰਦੇ ਨੇ ਪਾਤਸ਼ਾਹ ਜੀ ਪਿਤਾ ਜੀ ਦਾ ਸਰਾਧ ਕਰਾ ਰਹੇ ਹਾਂ। ਗੁਰੂ ਜਾਣੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਇਸ ਦਾ, ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਜੋ ਨਾਨਕ ਪ੍ਰਕਾਸ਼ ਤੋਂ ਸ਼ੁਰੂ ਹੁੰਦਾ ਹੈ, ਨਾਨਕ ਜਨਮ ਸਾਖੀ ਵਿੱਚ ਹੈ। ਉਹ ਕਹਿੰਦੇ ਭਲਿਆ ਜੀ ਦਾ ਸਰਾਧ ਕਰਾ ਰਿਹਾ ਹੈ, ਉਹ ਤੇ 3 ਦਿਨਾਂ ਤੋਂ ਭੁੱਖਾ ਹੈ, ਝਾੜੀ ਵਿੱਚ ਬੈਠਾ ਹੈ, ਤੇ ਉਹ ਬਘਿਆੜ ਦੀ ਜੂਨ ਵਿੱਚ ਪਿਆ ਹੋਇਆ ਹੈ, ਤੇਰਾ ਸਰਾਧ ਕੀ ਕਰੇਗਾ? ਜਾ ਪਹਿਲਾਂ ਉਸ ਨੂੰ ਛਕਾ ਜਾ ਕੇ। ਕਹਿੰਦਾ ਮਹਾਰਾਜ ਉਹ ਬਘਿਆੜ ਤੇ ਮੈਂ ਕਿਵੇਂ ਉਹਨੂੰ ਜਾ ਕੇ ਛਕਾ ਦੇ, ਉਹ ਤਾਂ ਮੈਨੂੰ ਹੀ ਛਕ ਜਾਏਗਾ, ਹੋਰ ਤਾਂ ਕੀ ਛਕਣਾ ਉਹਨੇ। 3 ਦਿਨਾਂ ਦਾ ਭੁੱਖਾ ਮੈਨੂੰ ਵੇਖ ਕੇ ਮੇਰੇ ਤੇ ਝਪਟੇਗਾ। ਪਾਤਸ਼ਾਹ ਕਹਿੰਦੇ ਤੈਨੂੰ ਕੁਝ ਨਹੀਂ ਕਹੇਗਾ, ਉਹ ਜਾਂ ਉਸ ਨੂੰ ਛਕਾ ਜਾ ਕੇ ਉਸ ਦੀ ਜੂਨ ਕੱਟੀ ਜਾਏਗੀ। ਕਹਿਣ ਤੋਂ ਭਾਵ ਹੈ ਅਸੀਂ ਲੋੜਵੰਦ ਦੀ ਸੇਵਾ ਨਹੀਂ ਕਰਦੇ, ਜਿਨ੍ਹਾਂ ਨੂੰ ਲੋੜ ਨਹੀਂ ਉਹਨਾਂ ਦੇ ਅਸੀਂ ਪਿੱਛੇ ਪਿੱਛੇ ਫਿਰਦੇ ਹਾਂ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਸਮਝਾਉਂਦੇ ਨੇ ਕਿ ਮਾਲਕ ਦੇ ਨਾਲ ਅਸੀਂ ਜੋ ਵਾਅਦਾ ਕੀਤਾ ਸੀ ਉਹ ਵਾਅਦਾ ਭੁੱਲ ਗਏ, ਮਾਲਕ ਨੂੰ ਭੁੱਲ ਗਏ, ਪਦਾਰਥਾਂ ਵਿੱਚ ਲੱਗ ਗਏ, ਤੇ ਪਦਾਰਥਾਂ ਵਿੱਚ ਐਸੇ ਲੱਗੇ ਜਿਹੜੀ ਮੈਂ ਬੇਨਤੀ ਕਰ ਰਿਹਾ ਸੀ।
ਅਖੀਰਲੇ ਸਮੇਂ ਤੇ ਵੀ ਮਨੁੱਖ ਦੀਆਂ ਵਾਸ਼ਨਾਵਾਂ ਨਹੀਂ ਮੁੱਕਦੀਆਂ। ਅਖੀਰਲਾ ਸਮਾਂ ਜਦੋਂ ਆ ਜਾਂਦਾ, ਅਖੀਰਲੇ ਸਵਾਸਾਂ ਤੇ ਆਉਂਦਾ ਹੈ, ਉਦੋਂ ਵੀ ਵਾਸ਼ਨਾ ਨਹੀਂ ਆਉਂਦੀਆਂ ਮੁੱਕਦੀਆਂ ਇਸ ਦੀਆਂ। ਕਹਿੰਦੇ ਜਦੋਂ ਦੁਨੀ ਚੰਦ ਨੂੰ ਕਹਿਣ ਲੱਗੇ, ਪਾਤਸ਼ਾਹ ਤੇਰੇ ਪਿਤਾ ਦਾ ਜਦੋਂ ਅੰਤ ਦਾ ਸਮਾਂ ਸੀ ਨਾ, ਤੇ ਗੁਆਂਢ ਵਿੱਚ ਕਿਸੇ ਨੇ ਮਾਸ ਬਣਾਇਆ ਹੋਇਆ ਸੀ, ਉਹਦੀ ਜਿਹੜੀ ਸਮੈਲ ਸੀ ਉਹਦੇ ਤੱਕ ਪਹੁੰਚੀ, ਉਹਨੂੰ ਵਾਸ਼ਨਾ ਪ੍ਰਾਪਤ ਹੋਈ ਤੇ ਉਹਦੇ ਮਨ ਵਿੱਚ ਸੰਕਲਪ ਬਣ ਗਿਆ ਕਿ ਤੇ ਮੈਨੂੰ ਵੀ ਮਿਲ ਜਾਏ ਇੱਕ ਤਰੀ ਦੀ ਕੌਲੀ। ਉਹਦੀ ਵਾਸ਼ਨਾ ਕਰਕੇ ਉਸ ਨੂੰ ਉਹ ਜੂਨ ਵਿੱਚ ਪੈਣਾ ਪਿਆ। ਪੜ੍ਹਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਭਗਤ ਜੀ ਨੇ ਬੜੇ ਪਿਆਰੇ ਸ਼ਬਦ ਕਹੇ ਨੇ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੋ ਮਰੈ, ਪ੍ਰੇਤ ਜੋਨ ਵਲ ਸਰਪ ਜੋਨ ਵਲ ਵਲ ਅਵਤਰੈ। ਅਨੇਕਾਂ ਉਦਾਹਰਨਾਂ ਦਿੱਤੀਆਂ ਨੇ, ਸਮਾਂ ਨਹੀਂ ਇਸ ਪਾਸੇ। ਅਖੀਰਲੀ ਉਦਾਹਰਨ ਸਤਿਗੁਰਾਂ ਨੇ ਬਚਨ ਕਹੇ ਨੇ, ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਲੋਚਨ ਤੇ ਨਰ ਮੁਕਤਾ, ਪੀਤੰਬਰ ਬਾਂਕੈ ਹਿਰਦੈ ਵਸੈ। ਕਹਿੰਦੀ ਜਿਹੜਾ ਅੰਤ ਦੇ ਸਮੇਂ ਵਾਹਿਗੁਰੂ ਸਿਮਰ ਲਏ, ਕਿਤੇ ਅੰਤਲੇ ਸਮੇਂ ਉਹਦੇ ਮੁਖ ਵਿੱਚੋਂ ਨਿਕਲ ਜਾਏ ਵਾਹਿਗੁਰੂ, ਨਿਕਲ ਜਾਏ ਰਾਮ, ਅੱਲਾ, ਗੋਡ, ਕੁਝ ਵੀ ਨਿਕਲ ਜਾਏ, ਸਾਰੇ ਪ੍ਰਮਾਤਮਾ ਦਾ ਹੀ ਨਾਮ ਨਹੀਂ, ਈਰਖਾ ਨਾ ਕਰਿਆ ਕਰੋ। ਸਭ ਮੈਂ ਜੋਤ, ਜੋਤ ਹੈ ਸੋਏ, ਉਹ ਸਾਰਿਆਂ ਵਿੱਚ ਹੀ ਵਸ ਰਿਹਾ ਹੈ। ਉਹਦੇ ਰੂਪ ਵੱਖਰੇ ਵੱਖਰੇ ਨੇ, ਜੋਤ ਤਾਂ ਇੱਕ ਹੀ ਹੈ ਨਾ। ਸਿੱਖ ਵਿੱਚ ਵੀ ਉਹੀ ਹੈ, ਹਿੰਦੂ ਵਿੱਚ ਵੀ ਉਹੀ ਹੈ, ਮੁਸਲਮਾਨ ਵਿੱਚ ਵੀ ਉਹੀ ਹੈ। ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ, ਆਪਣੇ ਧਰਮ ਤੇ ਅਟੱਲ ਵਿਸ਼ਵਾਸ ਰੱਖਣਾ ਚਾਹੀਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਅੰਤ ਕਾਲ ਨਾਰਾਇਣ ਸਿਮਰੈ। ਅੰਤ ਦੇ ਸਮੇਂ ਜਿਹੜਾ ਨਾਰਾਇਣ ਕਹਿੰਦੇ ਪਰਮਾਤਮਾ ਨੂੰ, ਪਰਮੇਸ਼ਰ ਦਾ ਨਾਮ ਨਾਰਾਇਣ ਹੈ। ਅਨੇਕਾਂ ਨਾਮ ਨੇ, ਤੇ ਜਿਹੜਾ ਅੰਤ ਦੇ ਸਮੇਂ ਨਾਰਾਇਣ ਕਹਿ ਲਵੇ, ਅਜਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਅਜਾਮਲ ਪਾਪੀ ਜਿਸ ਨੂੰ ਸਾਰਾ ਜਗਤ ਜਾਣਦਾ ਹੈ, ਉਹਦਾ ਵੀ ਅੰਤ ਦੇ ਸਮੇਂ ਨਾਰਾਇਣ ਕਹਿਣ ਦੇ ਨਾਲ ਨਿਸਤਾਰਾ ਹੋ ਗਿਆ। ਨਾਰਾਇਣ ਪੁੱਤਰ ਦਾ ਨਾਂ ਰੱਖਿਆ ਸੀ, ਪਰ ਨਾਮ ਹੀ ਸਾਨੂੰ ਚੁਣ ਕੇ ਰੱਖਣੇ ਚਾਹੀਦੇ ਨੇ। ਐਵੇਂ ਕੁੱਤੀਆਂ ਬਿੱਲੀਆਂ ਦੇ ਨਾਮ ਨਹੀਂ ਰੱਖਣੇ ਚਾਹੀਦੇ। ਜਿਹਦੇ ਨਾਮ ਵਿੱਚ ਕੋਈ ਸਿਧਾਂਤ ਹੋਵੇ, ਜਿਹਦੇ ਨਾਮ ਦਾ ਕੋਈ ਅਰਥ ਬਣਦਾ ਹੋਵੇ, ਉਹ ਨਾਮ ਰੱਖਣਾ ਚਾਹੀਦਾ ਸਾਨੂੰ, ਜਿਹਦੇ ਨਾਲ ਪਰਮਾਤਮਾ ਸਾਨੂੰ ਯਾਦ ਆ ਜਾਏ। ਅਜਾਮਲ ਨੇ ਅੰਤ ਦੇ ਸਮੇਂ ਪੁੱਤਰ ਨੂੰ ਯਾਦ ਕੀਤਾ, ਨਾਰਾਇਣ ਆ, ਪਰਮਾਤਮਾ ਪ੍ਰਗਟ ਹੋ ਗਿਆ। ਕਿ ਉਦੋਂ ਵਾਸ਼ਨਾ ਕੋਈ ਨਹੀਂ ਸੀ, ਉਦੋਂ ਸੰਕਲਪ ਕੋਈ ਨਹੀਂ ਸੀ, ਕੇਵਲ ਤੇ ਕੇਵਲ ਪਰਮਾਤਮਾ ਨਾਲ ਸੁਰਤ ਜੁੜ ਗਈ। ਤੇ ਸੁਰਤ ਜੁੜਿਆ ਇੱਕ ਵੀ ਵਾਰੀ ਕਹਿ ਦਿਓ ਵਾਹਿਗੁਰੂ, ਜੀਵਨ ਤਬਦੀਲ ਹੋ ਜਾਏਗਾ। ਸਾਹਿਬ ਕਹਿੰਦੇ ਨੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच न ਆਇਓ। ਇੱਕ ਚਿੱਤ ਹੋ ਕੇ, ਇਕਾਗਰ ਚਿੱਤ ਹੋ ਕੇ ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਰਾਮ, ਅੱਲਾ। ਸਾਹਿਬ ਕਹਿੰਦੇ ਕਾਲ ਦੀ ਫਾਸੀ ਵਿੱਚ ਨਹੀਂ ਆਓਗੇ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ। ਅੰਤ ਦੇ ਸਮੇਂ ਪਰਮਾਤਮਾ ਦਾ ਨਾਮ ਚੇਤੇ ਆ ਜਾਏ, ਪ੍ਰਾਣ ਛੁੱਟ ਜਾਣ, ਫਿਰ ਕੀ ਹੁੰਦਾ ਹੈ? ਕਹਿੰਦੇ ਦੇਵਤੇ ਵੀ ਵਸ ਵਿੱਚ ਹੋ ਜਾਣ। ਪੀਤ ਪਤੰਬਰ ਵਾਂਕੇ ਹਿਰਦੇ ਵਸੈ, ਹਿਰਦੇ ਵਿੱਚ ਪਰਮਾਤਮਾ ਵਸ ਜਾਂਦਾ ਹੈ, ਉਹ ਤੇ ਪਰਮਾਤਮਾ ਦੇ ਦੇਸ਼ ਵਿੱਚ ਹੀ ਪਹੁੰਚ ਜਾਂਦਾ ਹੈ। ਪਰ ਅੰਤ ਦੇ ਸਮੇਂ ਚੇਤੇ ਕਿਸ ਨੂੰ ਆਵੇਗਾ? ਅੰਤ ਦੇ ਸਮੇਂ ਯਾਦ ਕੌਣ ਕਰੇਗਾ? ਜਿਸ ਨੇ ਪਹਿਲੋਂ ਯਾਦ ਕੀਤਾ ਹੋਵੇ। ਯਾਦ ਹਮੇਸ਼ਾ ਉਹੀ ਬਣਦੀ ਹੈ ਜਿਸ ਯਾਦ ਦੇ ਨਾਲ ਅਸੀਂ ਜੁੜੇ ਰਹੀਏ। ਸਾਨੂੰ ਯਾਦ ਪਦਾਰਥਾਂ ਦੀ ਰਹਿੰਦੀ ਹੈ, ਪਰਿਵਾਰ ਦੀ ਰਹਿੰਦੀ, ਕਾਰੋਬਾਰ ਦੀ ਰਹਿੰਦੀ ਹੈ। ਉਹਦੀ ਯਾਦ ਕਰਕੇ ਕਰਤਾਰ ਦੀ ਯਾਦ ਵਿੱਚ ਜੁੜਿਆ ਵੀ ਸਾਨੂੰ ਕਾਰੋਬਾਰ ਚੇਤੇ ਆਉਂਦਾ ਹੈ। ਜੇ ਕਰਤਾਰ ਦੇ ਨਾਲ ਯਾਦ ਬਣ ਜਾਏ, ਦੁਕਾਨ ਤੇ ਬੈਠੇ ਵੀ ਤੁਸੀਂ ਮਾਲਕ ਨਾਲ ਜੁੜ ਜਾਓਗੇ, ਆਪਣੇ ਦਫ਼ਤਰ ਵਿੱਚ ਬੈਠੇ ਵੀ ਮਾਲਕ ਨਾਲ ਜੁੜ ਜਾਓਗੇ, ਹਰ ਸਮੇਂ ਤੁਸੀਂ ਮਾਲਕ ਨਾਲ ਜੁੜੇ ਜਾਓਗੇ, ਜੀਵਨ ਸਫਲ ਹੋ ਜਾਏਗਾ।
इस करके सतगुरु पातशाह ने सानू ये बड़िया सुंदर उदाहरण दे दे के समझाउणा कीता है कि ऐ प्राणी समझ, अजे भी तैनू समझ आ जानी चाहिए है। तेरी उम्र रूपी लज जिहड़ी कट्टी जा रही, अन दिन मूसा लाज टुकाई, अन दिन दिन ते रात ये मौत रूपी चूहा, ਜਾਂ दिन ते रात रूपी चूहा जिहड़ा है ना, ये तेरी उम्र दी लाज टुकाई। लाज तो भाव है लज। लज आप समझते हो रस्सा हुंदा एक, आम रस्से दे नालों लज थोड़ी मोटी वटी हुंदी है, जिमींदारां दे खास करके काम आउंदी है, जां गड्डियां वालियां दे कोल काम हुंदी है, वड्डियां वड्डियां मोटियां लासां वरतियां हुंदियां ने, लज भी उस नूं कहा जांदा है। ते पहले समयां विच ਜਿਹੜੇ ਪਾਣਹਾਰੀ ਪਾਣੀ ਭਰਨ ਵਾਲੇ ਹੁੰਦੇ ਸੀ ਨਾ, ਉਹ ਲੱਜ ਦੇ ਨਾਲ ਬੋਕਾ ਬੰਨ੍ਹਦੇ ਸੀ ਤੇ ਬੋਕਾ ਬੰਨ੍ਹ ਕੇ ਉਸ ਖੂਹ ਦੇ ਵਿੱਚੋਂ ਉਹ ਪਾਣੀ ਕੱਢਦੇ ਸੀ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਰੀ ਉਮਰ ਰੂਪੀ ਲੱਜ ਹੈ, ਤੇ ਉਮਰ ਰੂਪੀ ਲੱਜ ਨੂੰ ਤੇਰੇ ਨੂੰ ਇਹ ਮੌਤ ਰੂਪੀ ਜਾਂ ਰਾਤ ਦਿਨ ਰੂਪੀ ਚੂਹਾ ਜਿਹੜਾ ਹੈ ये टुकाई टुक रहा है, कट रहा है। गिरत कूप मह खाहे मिठाई, ओ भलिया तैनू समझ ही नहीं आई। तू गिरत कूप में, कूप खूह दे विच डिगदा जा रहा है, खूह विच डिग रहे हैं, क्योंकि जिहदा सहारा तू लिया होया है ना, जिहदे आसरे नाल तू लमकिया होया है, वो आसरा ते तेरा कटिया जा रहा है, वो लज ते तेरी टुकी जा रही है। लज हौली 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 टुकी जा रही है, पर तेनू इस गल की समझ नहीं, तेनू अपनी लज की चिंता नहीं, तेनू मौत की चिंता नहीं, तो पदार्थां दे विच खच्चत हो गया है। दात प्यारी विसरिया दातारा, ये दातां सानू प्यारियां हो जांदियां ने, ते दातां देण वाला परमात्मा भुल जांदा है। जिस मालिक ने सानू ये सब कुछ बख्शिश किया है, इस पानी ते जिन तू घरिया, माटी काले देहुरा करया, उक्त जोत में जोत स्वरूपिया। भलिया तैनू इस पानी तो उसने घारत कर दी, ये मिट्टी का तेरा शरीर बना दिता, पुत्री तेरी विद कर थाटी, जान सत कर होएगी माटी। जिस मालिक ने तेनू इतनी बख्शिश की, तेनू माता पिता बख्शिश कर दिते, तेनू चंगा परिवार मिल गया, तेनू मनुखा जन्म प्राप्त हो गया, ते सब तो वड्डी बख्शिश होई तेनू सत संगत प्राप्त हो गई। जिस सत संगत विच आप जी सज बैठे हो, ये एवें नहीं प्राप्त हो जाती, वड्डे भागां नाल संगत प्राप्त हुंदी है। वड भागी हर संगत पावै है, भागहीन भ्रम चोटां खावै। भागां तो हीना मनुख, चाहे वह गुरुद्वारे दे कोल रहिंदा है, चाहे वह मंदिर कोल रहिंदा है, चाहे मसीत कोल रहिंदा है, वह धर्म अस्थान ते जा ही नहीं सकदा। भावें कोल भी क्यों ना रहिंदा होवे, ते बहुत दूर दूर तो संगतां आ रहीआं ने। जिवें सिंह साहब जी हुणे बेनती करके गए ने कि किन्नी दूर तो संगतां पहुंचियां ने। सरदार इंद्रजीत सिंह का जिक्र कर रहे सी, भौरा बहुत दूर तो आके फुल दी सुगंधी लै लैंदा है। डड्डू फुल दी नाली दे नाल, फुल दी नाली दे नाल हुंदा है। डड्डू फुल दी नाभ दे कोल बैठा है, सुगंधी नहीं लैंदा, जाला खांदा है। जाला काहदा है? पदार्थां दा जाला है। असीं भी पदार्थां दे जाले विच फसे होए हैं। परमात्मा दे नाम की सुगंधी असी प्राप्त नहीं कर रहे हैं, क्योंकि सानू पदार्थों का रस मिठा लग रहा है, पदार्थों का दुनिया का रस सानू चंगा लग रहा है। इसलिए सतगुरु जी कहते ने कि भाई गिरत कूप में, खूह दे विच डिगदा होया भी ये मिठाई पदार्थों की खा रहा है, चख रहा है। सोचत साचत रैन बिहानी, सोचदिया उम्र रूपी रात्रि एदी बतीत हुंदी जा रही है। सोचदा है मनुख, हर एक दी सोच है, मैनू चंगा परिवार मिल जाए, चंगा कारोबार मिल जाए,
ਮੇਰਾ ਜੀਵਨ ਚੰਗਾ ਬਤੀਤ ਹੋ ਜਾਏ। ਇਹ ਤਾਂ ਸੋਚ ਹਰ ਇੱਕ ਦੀ ਹੈ, ਪਰ ਇਹ ਸੋਚ ਨਹੀਂ ਕਿਸੇ ਦੀ ਕਿ ਜੀਵਨ ਮਿਲਿਆ ਕਿਸ ਵਾਸਤੇ ਹੈ, ਜੀਵਨ ਦਾ ਮਕਸਦ ਕੀ ਹੈ, ਇਹ ਅਸੀਂ ਕਦੇ ਸੋਚਿਆ ਹੀ ਨਹੀਂ ਹੈ। ਸੋਚਤ ਸੋਚਤ ਰੈਣ ਬਿਹਾਨੀ, ਕਹਿੰਦੇ ਸੋਚਦਿਆਂ ਬਈ ਕੱਲ ਤੋਂ ਅਸੀਂ ਜ਼ਰੂਰ ਗੁਰਦੁਆਰੇ ਸਾਹਿਬ ਜਾਣਾ ਹੈ, ਕੱਲ ਤੋਂ ਸੀਸਗੰਜ ਸਾਹਿਬ ਹਾਜ਼ਰੀ ਭਰਾਂਗੇ, ਪਰਸੋਂ ਬੰਗਲਾ ਸਾਹਿਬ ਹਾਜ਼ਰੀ ਭਰਾਂਗੇ, ਚਲੋ ਅੱਜ ਨਹੀਂ ਜਾ ਸਕੇ ਕੱਲ ਸਹੀ, ਕੱਲ ਨਹੀਂ ਤੇ ਚਲੋ ਪਰਸੋਂ ਸਹੀ। ਸੋਚਦੇ ਜ਼ਰੂਰ ਆ ਵੀ ਗੁਰੂ ਘਰ ਵਿੱਚ ਜਾਣਾ ਹੈ, ਪਰ ਕਬੀਰ ਸਾਹਿਬ ਜੀ ਕੀ ਕਹਿੰਦੇ ਨੇ, ਕਬੀਰ ਕਾਲ ਕਰੰਤਾ ਅਬੈ ਕਰ, ਅਬ ਕਰਤਾ ਸੋਏ ਤਾਲ, ਪਾਛੈ ਕਛੂ ਨ ਹੋਏਗਾ, ਜੋ ਸਿਰ ਪਰ ਆਵੇ ਕਾਲ। ਉਹ ਭਲਿਆ ਜੋ ਕੱਲ ਕਰਨਾ ਅੱਜ ਕਰ, ਤੇ ਅੱਜ ਤੇ ਵੀ ਨਾ ਰਹਿ, ਜਿਹੜਾ ਅੱਜ ਕਰਨਾ ਹੁਣੇ ਕਰਨਾ ਸ਼ੁਰੂ ਕਰ ਦੇਵੇ। ਕੀ ਪਤਾ ਤੇਰੇ ਜੀਵਨ ਵਿੱਚ ਕੱਲ ਆਵੇ ਹੀ ਨਾ, ਇਹ ਗਰੰਟੀ ਤਾਂ ਨਹੀਂ ਨਾ ਕੋਈ ਜੀਵਨ ਦੀ, ਇਹ ਉਮਰ ਦੀ ਕੋਈ ਗਰੰਟੀ ਨਹੀਂ ਕਿ ਅਸੀਂ ਕੱਲ ਦੇ ਵਿੱਚ ਜਿਉਣਾ ਹੈ। ਨਹੀਂ, ਮਨੁੱਖ ਕੱਲ ਤੋਂ ਆਸ ਨਹੀਂ ਲਾਉਣੀ ਚਾਹੀਦੀ। ਪਿਛਲਾ ਜੀਵਨ ਬਤੀਤ ਹੋ ਗਿਆ, ਅਗਲੇ ਦਾ ਪਤਾ ਨਹੀਂ ਆਉਣਾ ਹੈ ਕਿ ਨਹੀਂ ਆਉਣਾ। ਅਸੀਂ ਤਾਂ ਹੁਣ ਵਿੱਚ ਜੀ ਰਹੇ ਹਾਂ, ਇਸ ਸਵਾਸ ਵਿੱਚ ਜੀ ਰਹੇ ਹਾਂ। ਇਸੇ ਲਈ ਇੱਕ ਦੁਕਾਨਦਾਰ ਨੇ ਨਾ, ਉਹ ਦੁਕਾਨ ਤੇ ਲਿਖਿਆ ਹੁੰਦਾ ਅੱਜ ਨਗਦ ਕੱਲ ਉਧਾਰ, ਵੀ ਕੱਲ ਨੂੰ ਉਧਾਰ ਦੇਾਂਗੇ, ਕੱਲ ਆਉਣਾ ਹੀ ਨਹੀਂ, ਅੱਜ ਹੀ ਆਉਣਾ ਹੈ ਨਾ। ਹਮੇਸ਼ਾ ਜੀਵਨ ਅੱਜ ਵਿੱਚ ਹੀ ਰਹਿੰਦਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਧਰਮ ਦੇ ਕਾਰਜ ਕਰਦਿਆਂ ਸੋਚਦਿਆਂ ਦੀ ਉਮਰ ਰੂਪੀ ਰਾਤਰੀ ਬਤੀਤ ਹੋ ਜਾਂਦੀ ਹੈ। ਅਨੇਕ ਰੰਗ ਮਾਇਆ ਕੇ ਚਿਤਵਤ, ਕਬਹੂ ਨਾ ਸਿਮਰੈ ਸਾਰੰਗ ਪਾਨੀ। ਅਨੇਕ ਰੰਗ ਮਾਇਆ ਦੀ ਚਿਤਵਦਾ ਰਹਿੰਦਾ ਹੈ। ਮਾਇਆ ਦੇ ਪਦਾਰਥ, ਮਾਇਆ ਦੇ ਸੁੱਖ, ਮਾਇਆ ਦੇ ਸਾਧਨ ਸੋਚਦਾ ਰਹਿੰਦਾ ਹੈ ਵੀ ਇਧਰੋਂ ਵੀ ਪ੍ਰਾਪਤ ਹੋ ਜਾਣ, ਉਧਰੋਂ ਵੀ ਪ੍ਰਾਪਤ ਹੋ ਜਾਣ। ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਬਹੁਤ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਨੇ ਤੇ ਕਹਿੰਦੇ ਨੇ ਕਬਹੂ ਨ ਸਿਮਰੈ ਸਾਰੰਗ ਪਾਣੀ, ਪਰ ਕਦੇ ਵੀ ਸਾਰੰਗ ਪਾਣੀ ਪਰਮਾਤਮਾ ਦਾ ਨਾਮ। ਸਾਰੰਗ ਕਹਿੰਦੇ ਧਨੁਖ ਨੂੰ, ਪਾਣੀ ਕਹਿੰਦੇ ਹੱਥ ਨੂੰ, ਜਿਹਦੇ ਹੱਥ ਵਿੱਚ ਧਨੁਸ਼ ਹੈ ਕਹਿੰਦੇ ਉਹ ਪਰਮਾਤਮਾ ਪ੍ਰਭੂ ਹੈ, ਪਰਮੇਸ਼ਰ ਦੇ ਨਾਮ ਨੇ ਨਾ। ਜਿਵੇਂ ਪਹਿਲੋਂ ਵੀ ਪਰਮਾਤਮਾ ਦਾ ਨਾਮ ਆਇਆ ਹੈ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਦੇ ਵੀ ਸਾਰੰਗ ਪਾਣੀ ਪਰਮਾਤਮਾ ਨੂੰ ਸਿਮਰਿਆ ਨਹੀਂ। ਰਹਾਉ ਧਰਮ ਕੀ ਛਾਇਆ, ਨਿਹਚਲ ਗ੍ਰਹਿ ਬੰਦਿਆ। ਵਿਸਰਾਮ ਦੇ ਕੇ ਬਖਸ਼ਿਸ਼ ਕਰਦੇ ਨੇ, ਕਹਿੰਦੇ ਇਸ ਨੇ ਰੁੱਖ ਦੀ ਛਾਂ ਨੂੰ ਆਪਣਾ ਪੱਕਾ ਘਰ ਬਣਾ ਲਿਆ। ਹੁਣ ਰੁੱਖ ਦੀ ਛਾਂ ਜਿਹੜੀ ਹੈ ਇੱਕ ਥਾਂ ਤੇ ਟਿਕਦੀ ਨਹੀਂ ਹੈ। ਸੂਰਜ ਦੇ ਅਨੁਸਾਰ ਛਾਂ ਕਦੇ ਪੂਰਬ ਵੱਲੇ ਹੁੰਦੀ ਹੈ, ਕਦੇ ਪੱਛਮ ਵੱਲੇ ਹੁੰਦੀ ਹੈ। ਤੇ ਜੇ ਕੋਈ ਕਵੇ ਮੈਂ ਛਾਂ ਦੇ ਵਿੱਚ ਪੱਕਾ ਘਰ ਬਣਾ ਲਵਾਂ, ਛਾਂ ਦੇ ਵਿੱਚ ਹਮੇਸ਼ਾ ਰਵਾਂ, ਤੇ ਉਹਦੀ ਤਿਫਲ ਦਿਮਾਗੀ ਹੈ। ਹਾਂ, ਇਹ ਵੱਖਰੀ ਬਾਤ ਹੈ। ਜਿਸ ਵਣ ਸਾਹਿਬ ਦੇ ਥੱਲੇ ਗੁਰੂ ਨਾਨਕ ਸਾਹਿਬ ਜੀ ਜਾ ਕੇ ਸੌਂਗੇ, ਆਰਾਮ ਕਰ ਗਏ, ਉਸ ਵਣ ਦੀ ਛਾਂ ਟਿਕੀ ਹੋਈ ਹੈ, ਅੱਜ ਵੀ ਟਿਕੀ ਹੈ। ਕਈ ਵਾਰੀ ਤੁਸੀਂ ਦਰਸ਼ਨ ਕੀਤੇ ਦਿੱਲੀ ਦੀਆਂ ਸੰਗਤਾਂ ਨੇ, ਅੱਜ ਵੀ ਟਿਕੀ ਹੋਈ ਹੈ। ਦਾਸ ਨੇ ਵੀ ਦਰਸ਼ਨ ਕੀਤੇ ਨੇ। ਪਰ ਆਮ ਜਿਹੜੇ ਸਧਾਰਨ ਬਿਰਸ਼ ਨੇ ਨਾ, ਉਹਨਾਂ ਦੀ ਛਾਂ ਟਿਕਾਓ ਦੇ ਵਿੱਚ ਨਹੀਂ। ਕਹਿਣ ਤੋਂ ਭਾਵ ਹੈ ਕਿ ਜਿਸ ਨੂੰ ਤੂੰ ਪੱਕਾ ਘਰ ਮੰਨੀ ਬੈਠਾ ਨਾ, ਜਿਸ ਘਰ ਮੈਂ ਤੁਧ ਰਹਿਣਾ ਬਸਣਾ, ਸੋ ਕਰ ਚੀਤ ਨ ਆਇਓ। ਉਹ ਪੱਕਾ ਘਰ ਤੇ ਬਣਾਇਆ ਹੀ ਨਹੀਂ ਕਦੇ, ਕੱਚੇ ਘਰ ਨੂੰ ਪੱਕਾ ਮੰਨੀ ਬੈਠਾ ਹੈ। ਕਾਲ ਕੈ ਫਾਸ ਸਕਤ ਸਰ ਸੰਦਿਆ। ਉਹ ਭਲਿਆ ਕਾਲ ਦੀ ਫਾਂਸੀ ਤੇਰੇ ਗਲ ਵਿੱਚ ਪਈ ਹੋਈ ਹੈ, ਤੇ ਉਸ ਨੇ ਮਾਲਕ ਨੇ ਆਪਣਾ ਤੀਰ ਸੰਧਿਆ ਹੋਇਆ ਤੇਰੇ ਵੱਲੇ, ਕਮਾਨ ਤੇ ਤੀਰ ਚੜਾਇਆ ਹੋਇਆ। ਪਤਾ ਨਹੀਂ ਉਸ ਕਾਲ ਨੇ ਕਦੋਂ ਤੀਰ ਛੱਡ ਦੇਣਾ ਹੈ ਤੇ ਤੇਰਾ ਅੰਤ ਹੋ ਜਾਣਾ ਹੈ। ਬਾਲੂ ਕਨਾਰਾ ਤਰੰਗ ਮੁਖ ਆਇਆ। ਤੇਰੀ ਮੁਨਿਆਦ ਕਿੰਨੀ ਕੁ ਹੈ, ਤੇਰੀ ਮੁਨਿਆਦ ਕਿੰਨੀ ਕੁ ਹੈ। ਕੂੜ ਕਪਟ ਬੰਚਨ ਮੁਨਿਆਦਾ ਬਿਨਸ ਗਿਆ ਤਤ ਕਾਲੇ। ਇਹ ਤਤਕਾਲ ਨਾਸ ਹੋਣ ਵਾਲਾ ਜੀਵਨ ਹੈ।
घर बालू का घूमन घेर बरखश बाणी बुध बुधा हेर। रेत दे घर दी किन्ना चिर असीं उम्मीद कर सकांगे। इसे तरह सतगुरु पातशाह कहंदे बालू किनारा तरंग मुख आया। बालू रेत दा किनारा, ये जिहड़ा तेरा जीवन है ना, ये रेत दे किनारे दी तरह है। ते जिहड़ा रेत दा किनारा है ना, वो लहरां दे मूँह विच आया होया है। आप जी कई बार हुण देखते हो ना टीवी ते मोबाइलों के उत्ते WhatsApp के उत्ते दरियावां ने जिहड़े ढाह लाए हुए ने ना, किड्डियां किड्डियां वड्डियां वड्डियां ढिग्गां एक छिन मात्र विच पानी विच रल जांदियां ने, नेस तो नाबूद हो जांदियां ने, नामो निशान मिट जाता है। इसे तरह जिहड़ा साडा जीवन है ये रेते दा किनारा है। ते रेते दा किनारा जिहड़ा है ना, लहरां दे मूँह विच आया होया। असीं मौत रूपी लहरां दे मूँह विच हां। वो मौत जिहड़ी है वो मूँह टड्ड के खलोती हुई है। काल ब्याल ज्यों परयो डोले मुख पसारे मीत। ये काल अजगर दी तरह मूँह खोल के खलोता होया है। मुख पसारे मीत मित्रा, वो मूँह खोलिया होया उसने, पता नहीं कदों तेनू अपने मूँह विच पा के उहदे तेरी हस्ती खत्म कर देनी है। इसलिए साहब कहंदे ने सो थान मूड़ निहचल कर पाया। ओ मूर्ख भलिया, ओ थान तू नेचल करके पक्का करके, नेचल कहंदे जिहड़ा हिल ना सके, जिहड़ा अटल ते अचल होवे, इसनू तू नेचल करके पाया होया नासवंत नू। साध संग जपियो हर राए। फिर पातशाह करिए की करना चाहिए। जीवन जिहड़ा है ना, किन्नियां उदाहरणां दित्तियां कि इहदी कोई मुनियाद नहीं है। ते सतगुरु जी कहंदे फिर करना की चाहिए। साध संग जपियो हर राए। हरि राय परमात्मा, एक शब्द विच तीन ना आ गए ने परमेश्वर दे। सतगुरु पातशाह जी कहंदे ने हरि राय जो राजियां दा राजा है, जो राजान राज है, पातशाह दा पातशाह है, उस मालिक पातशाह नू जपियो जपिए। जपना चाहिए। कदों जपना चाहिए? कहंदे साध संग। जिथे आप गुरु की संगत सज बैठे हो ना, इस संगत विच बैठ के मालिक दे नाम नू जपना चाहिए, जपना चाहिए। जपीए। एक भावें समा हो रहा है, 1 मिनट वास्ते जप लीए सारी संगत। वाहे गुरु 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 वाहे गुरु। साध संग जपिए हर नाम। इसलिए साहब कहते ने मालिक दी बख्शिश रहमत दे पात्र बनने दे लई साध संगत नाल मिल के मालिक दा नाम जपिए। नानक जीवै हर गुण गाए। इसलिए साहब अखीरली पंक्ति विच बख्शिश करदे नानक हे नानक जीवै हर गुण गाए। उस मालिक दे गुण गायन करके जिउंदा है मनुख। आखां जीवा विसरै मर जाऊं। जिवें तेरे नाम नू जपदा ते जीवन है, ते जे तू भुल जाए तो मौत आत्मक मौत हो जाती है। इसलिए सतगुरु पातशाह जी कहते ने हरि परमात्मा दे नाम नू जप के ही, ओदे गुणां नू गायन करके ही ये जीवन सतगुरु पातशाह कहते सफला हो सकता है। ते जीवन है ही इस वास्ते जीवना हर जीवना जीवना हर जप साध संग। सारियां तो श्रेष्ठ जीवन है साध संगत करनी, परमात्मा दा नाम जपना। भाई ये जीवन मालिक ने बख्शिश किया है, जरूर जपया करो। अमृत वेले उठदियां सार जपो, जदों समा जपे, जदों समा मिले जपो। सतगुरु पातशाह जी रहमत करन। ये पावन उपदेश सानू बख्शिश किया, साडे मन विच वस जाए।
दिल्ली से गुरुद्वारा प्रबंधक कमेटी प्रधान साहब, समुची कमेटी, सिंह साहब ज्ञानी हरनाम सिंह जी, समुचा स्टाफ ज्ञानी रघुवीर सिंह जी और गुरु स्वरूप आप साध संगत के कोटान कोट धन्नवादी जो गुरु ने कृपा करके अपनी गोद विच बिठा के अपनी सेवा आप ले। सतगुरु इसे तरह कृपा करते रहन, होइयां भुल्लां ना चितारदे हुए गुरु का उपदेश जीवन विच वसा के जीवन सफला करिए। प्यार विच भिज के बुलाओ जी। वाहिगुरु जी का खालसा।